सख्त रुख अपनाती हुई नजर आ रही है। भारत ने कैनेडाई हाई कमिश्नर तलब कर ले ਤੇ ਸੀਨੀਅਰ ਕੈਨੇਡਾਈ ਡਿਪਲੋਮੈਟ ਨੂੰ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦੇ ਲਈ ਵੀ ਕਹਿ ਦਿੱਤਾ ਹੈ, ਬਾਹਰ ਕਰ ਦਿੱਤਾ ਹੈ ਹਿੰਦੁਸਤਾਨ ਤੋਂ। ਕਿ ਜਿਸ ਤਰੀਕੇ ਨਾਲ ਤੁਸੀਂ ਹਿੰਦੁਸਤਾਨ ਦੇ ਵਿੱਚ ਜਾਂ ਹਿੰਦੁਸਤਾਨ ਦੇ ਖਿਲਾਫ ਕੈਨੇਡਾ ਦੇ ਵਿੱਚ ਸਰਗਰਮੀਆਂ ਨੂੰ ਸ਼ਹਿ ਦੇ ਰਹੇ ਹੋ, ਜਿਸ ਤਰੀਕੇ ਨਾਲ ਭਾਰਤ ਨੂੰ ਤੋੜਨ ਦੀ ਗੱਲ ਕਰਨ ਵਾਲਿਆਂ ਦੇ ਨਾਲ ਤੁਸੀਂ ਹਿਮਾਇਤ ਰੱਖ ਰਹੇ ਹੋ, ਜਿਵੇਂ ਤੁਹਾਡਾ ਬਹੁਤ ਲਗਾਵ ਹੈ, ਤਾਂ ਫਿਰ ਤੁਹਾਡੀ ਭਾਰਤ ਦੇ ਵਿੱਚ ਕੋਈ ਥਾਂ ਨਹੀਂ। 5 ਦਿਨ ਦੇ ਵਿੱਚ ਭਾਰਤ ਛੱਡਣ ਨੂੰ ਕਹਿ ਦਿੱਤਾ ਹੈ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਕੈਨੇਡਾ ਦੇ ਸਾਰੇ ਇਲਜ਼ਾਮ ਬੇਬੁਨਿਆਦ ਨੇ ਔਰ ਬੇਸਲੈਸ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਇਲਜ਼ਾਮ ਲਗਾਏ ਗਏ ਉਹ ਬੇਬੁਨਿਆਦ ਨੇ। ਭਾਰਤ ਦੇ ਵੱਲੋਂ ਇਹ ਬਿਆਨ ਜਾਰੀ ਕਰ ਦਿੱਤਾ ਗਿਆ। ਕੈਨੇਡਾ ਦੇ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਦੇ ਵਿੱਚ ਭਾਰਤ ਸ਼ਾਮਲ ਨਹੀਂ ਹੈ। ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ ਤੇ ਭਾਰਤ ਨੇ ਕਰੜੇ ਔਰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਖਾਲਿਸਤਾਨੀ ਅੱਤਵਾਦੀਆਂ ਨੂੰ ਕੈਨੇਡਾ ਪਨਾਹ ਦੇ ਰਿਹਾ ਹੈ। ਖਾਲਿਸਤਾਨੀ ਅੱਤਵਾਦੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਇਸ ਤਰੀਕੇ ਨਾਲ ਇਸ ਕਰਕੇ ਹੀ ਅਜਿਹੀਆਂ ਸਟੇਟਮੈਂਟਸ ਉੱਥੋਂ ਦੀ ਗਵਰਨਮੈਂਟ ਦੇ ਵੱਲੋਂ ਦਿੱਤੀਆਂ ਜਾ ਰਹੀਆਂ। ਅੱਤਵਾਦੀਆਂ ਦੇ ਨਾਲ ਹਮਦਰਦੀ ਚਿੰਤਾ ਦਾ ਵਿਸ਼ਾ ਹੈ। ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਕੈਨੇਡਾ ਕਾਰਵਾਈ ਕਰੇ। ਕੈਨੇਡਾ ਤੋਂ ਖਾਲਿਸਤਾਨੀ ਅੱਤਵਾਦੀ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਖਤਰਾ ਬਣਾਉਣਾ ਚਾਹੁੰਦੇ ਨੇ। ਅੱਤਵਾਦੀਆਂ ਦੇ ਮੁੱਦੇ ਦੇ ਉੱਤੇ ਕੈਨੇਡਾਈ ਸਰਕਾਰ ਦੀ ਅਣਗਹਿਲੀ ਇਹ ਵੀ ਚਿੰਤਾ ਦਾ ਵਿਸ਼ਾ ਹੈ। ਵੱਡੀ ਖਬਰ ਹੈ ਇਸ ਸਮੇਂ ਭਾਰਤ ਦੇ ਵੱਲੋਂ ਬੇहद ਕਰੜਾ ਰੁਖ। ਬੇਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਬਿਆਨ ਦੇ ਦਿੱਤਾ ਗਿਆ ਹੋਵੇ, ਬੇਸ਼ੱਕ ਉਸ ਤੋਂ ਬਾਅਦ ਜਿਹੜੇ ਉੱਥੇ ਭਾਰਤੀ ਕੌਂਸੂਲੇਟ ਨੇ ਉਹਨਾਂ ਦੇ ਉੱਤੇ ਐਕਸ਼ਨ ਜਾਂ ਉਹਨਾਂ ਨੂੰ ਜਾਣ ਦੇ ਲਈ ਕਹਿ ਦਿੱਤਾ ਗਿਆ ਹੋਵੇ, ਪਰ ਬਹੁਤ ਜ਼ਬਰਦਸਤ ਤਰੀਕੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਇਹ ਇੱਕ ਤਰੀਕੇ ਨਾਲ ਭਾਰਤ ਦਾ ਪਲਟਵਾਰ ਹੈ ਜਾਂ ਕਹਿ ਦਈਏ ਕਿ ਸਖਤ ਰੁਖ ਹੈ। ਔਰ ਕੈਨੇਡਾ ਦੇ ਵਿੱਚ ਕੈਨੇਡਾ ਦੀ ਸਰਕਾਰ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਭਾਰਤ ਤੁਹਾਡੀਆਂ ਖੁਦ ਦੀਆਂ ਗਲਤੀਆਂ ਅਣਗਹਿਲੀਆਂ ਦੀ ਵਜ੍ਹਾ ਦੇ ਨਾਲ ਜਿਹੜੇ ਤੁਸੀਂ ਐਕਸ਼ਨ ਲੈ ਰਹੇ ਹੋ ਉਸ ਦੇ ਉੱਤੇ ਕੋਈ ਨਰਮੀ ਦਿਖਾਉਣ ਵਾਲਾ ਨਹੀਂ ਹੈ। ਤਾਂ ਭਾਰਤ ਦੇ ਵੱਲੋਂ, ਭਾਰਤ ਦੀ ਸਰਕਾਰ ਦੇ ਵੱਲੋਂ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਤੁਸੀਂ ਐਲੀਗੇਸ਼ਨਸ ਲਗਾ ਰਹੇ ਹੋ ਇਹਨਾਂ 'ਚ ਕੋਈ ਦਮ ਨਹੀਂ ਹੈ। ਜਿਹੜੇ ਤੁਸੀਂ ਐਲੀਗੇਸ਼ਨਸ ਨਿੱਜਰ ਨੂੰ ਲੈ ਕੇ ਲਗਾ ਰਹੇ ਹੋ ਇਸ ਦੇ ਵਿੱਚ ਕੋਈ ਦਮ ਨਹੀਂ ਹੈ। ਪਹਿਲਾਂ ਤਾਂ 10 ਲੱਖ ਦੇ ਇਨਾਮ ਵਾਲੇ ਨਿੱਜਰ ਨੂੰ ਰੱਖਿਆ ਗਿਆ, ਕੈਨੇਡਾ ਦੇ ਵਿੱਚ ਪਨਾਹ ਦਿੱਤੀ ਗਈ, ਸ਼ਹਿ ਦਿੱਤੀ ਗਈ। ਖਾਲਿਸਤਾਨੀ ਮੂਵਮੈਂਟ ਨੂੰ ਉੱਥੇ ਇਸ ਦੇ ਵੱਲੋਂ ਚਲਾਇਆ ਜਾ ਰਿਹਾ ਸੀ, ਉਸ ਨੂੰ ਲੈ ਕੇ ਪਨਾਹ ਦਿੱਤੀ ਗਈ ਕੈਨੇਡਾ ਦੀ ਗਵਰਨਮੈਂਟ ਦੇ ਵੱਲੋਂ। ਤੇ ਫਿਰ ਜਦੋਂ ਆਪਸੀ ਗੁੱਟਬਾਜ਼ੀ ਕਿਹਾ ਜਾਂਦਾ ਹੈ ਕਿ ਉੱਥੇ ਨਿੱਜਰ ਦਾ ਕਤਲ ਕਰ ਦਿੱਤਾ ਗਿਆ, ਨਿੱਜਰ ਦੇ ਕਤਲ ਦੇ ਵਿੱਚ ਫਿਰ ਭਾਰਤ ਨੂੰ ਕਸੂਰਵਾਰ ਦੱਸਿਆ ਜਾਣ ਲੱਗਿਆ ਹੈ। ਤਾਂ ਵੱਡੀ ਖਬਰ ਇਸ ਸਮੇਂ ਦੀ ਇਹ ਹੈ ਕਿ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਹਾਜ਼ ਖਰਾਬ ਹੋ ਜਾਂਦਾ ਹੈ ਤੇ ਇੱਥੇ ਦੁਨੀਆ ਦੇ ਵੱਡੇ ਵੱਡੇ ਮੁਲਕਾਂ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਗਾਉਂਦੇ, ਪਰ ਤਲਖੀ ਜਾਂ ਕਹੀਏ ਕਿ ਗੁੱਸਾ ਫਿਰ ਭਾਰਤੀ ਕੌਂਸੂਲੇਟ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਖਿਰ ਅਜਿਹਾ ਕੀ ਹੋ ਗਿਆ ਕਿ G20 ਸੰਮੇਲਨ ਤੋਂ ਬਾਅਦ ਗਏ ਉੱਥੇ ਜਸਟਿਨ ਟਰੂਡੋ ਜਦੋਂ ਆਪਣੀ ਵਿਰੋਧੀਆਂ ਦੇ ਆਲੇ ਦੁਆਲੇ ਘਿਰੇ ਹੋਏ ਸੀ ਤਾਂ ਫਿਰ ਉਹਨਾਂ ਨੂੰ ਯਾਦ ਆਇਆ ਕਿ ਹਾਂ ਇਹ ਇੱਕ ਕਾਰਡ ਖੇਡਿਆ ਜਾ ਸਕਦਾ ਹੈ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੀ ਸਟੇਟਮੈਂਟ ਦੇ ਦਿੱਤੀ ਗਈ। रुख करते हैं साडे सहयोगी इस समय होर जानकारी दे नाल साडे नाल जुड़ रहे हैं, उन्हां दा रुख करांगे। असीं लगातार इस खबर दे उत्ते अपडेट तुहाडे तक पहुंचाउण दी कोशिश कर रहे हैं। ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਕੀ ਕੁਝ ਹਲਚਲ ਹੈ ਇਸ ਸਮੇਂ, ਖਾਸ ਤੌਰ ਤੇ ਸਰੀ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਸੀ, ਉੱਥੋਂ ਵੀ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਉੱਥੇ ਇੱਕ ਤਬਕਾ ਜ਼ਰੂਰ ਅਜੇ ਹੈ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਟੇਟਮੈਂਟ ਦੇ ਨਾਲ ਆ ਕੇ ਖੜਾ ਹੋ ਗਿਆ ਜਾਂ ਫਿਰ ਧੰਨਵਾਦ ਕਰਦਾ ਹੋਇਆ ਨਜ਼ਰ ਆ ਰਿਹਾ, ਪਰ ਦੂਜੇ ਪਾਸੇ ਬਹੁਤ ਗਿਣਤੀ ਕੈਨੇਡਾ ਦੇ ਵਿੱਚ ਵੀ ਅਜਿਹੇ ਨੇ ਜੋ ਸਮਝਦੇ ਨੇ ਕਿ ਕੈਨੇਡਾ 'ਚ ਕੁਝ ਲੋਕ ਬੈਠ ਕੇ ਭਾਰਤ ਨੂੰ ਬਦਨਾਮ ਕਰਨ ਦੀ ਔਰ ਭਾਰਤ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਉੱਥੇ ਘੜ ਰਹੇ ਨੇ। ਖੈਰ ਭਾਰਤ ਦਾ ਬੇहद ਕਰੜਾ ਰੁਖ ਇਸ ਪੂਰੇ ਮਾਮਲੇ ਦੇ ਵਿੱਚ ਨਜ਼ਰ ਆ ਰਿਹਾ। शैलेंद्र वांगू ਸਾਡੇ सीनियर सहयोगी इस समय साढ़े नाल ने फोन लाइन दे उत्ते। शैलेंद्र, समझना चाहेंगे आपसे क्योंकि कुछ ही घंटे पहले ये स्टेटमेंट दी जाती है कनाडा के प्रधानमंत्री की तरफ से और एक एक्शन आप कह सकते हैं कि लिया गया और उसके कुछ ही घंटे बाद भारत की तरफ से भी एक तरह से पलटवार या फिर बेहद कड़ा रुख अपनाया गया। बिल्कुल बिल्कुल गौरव, आपको बता दें कि जो कनाडा का जो हरकत है उसमें हमने खुद देखा है कि कनाडा के प्रधानमंत्री ने एलिगेशंस बोला है, उनके पास एविडेंस नहीं है, उन्होंने एलिगेशंस के चलते ये बयान दिया है कि इस तरह के एलिगेशन लगाए जा रहे हैं। तो इसमें एविडेंस कितना है, ये पहला तो सवाल ये है। दूसरा अहम ये कि कनाडा के पीएम जब प्रधानमंत्री मोदी से मिले थे पिछले हफ्ते रविवार को, तो द्विपक्षीय मुलाकात के दौरान अब जिस तरह से ट्रूडो ये दावा कर रहे हैं कि उन्होंने प्रधानमंत्री मोदी से इस मुद्दे को उठाया और उस वक्त भी भारत ने इस बात को रिजेक्ट किया था। इसके बावजूद कनाडा के प्रधानमंत्री ने आज फिर से अपनी संसद में इस मुद्दे को उठाया है और भारत पर आरोप लगाए हैं, संगीन आरोप लगाए हैं। और वहीं कनाडा की विदेश मंत्री ने एक्सपल्शन, एक इंडियन डिप्लोमेट के एक्सपल्शन की बात की है। लेकिन अब भारत ने भी जवाबी कार्रवाई करते हुए साफ कर दिया है कि जो इंडिया में कैनेडियन हाई कमीशन में जो डिप्लोमेट्स हैं वो कहीं ना कहीं इन्वॉल्व हैं भारत विरोधी गतिविधियों में और हमारे अंदरूनी मामलों में वो दखल दे रहे हैं। इस तरह का गंभीर आरोप लगाया गया है कैनेडियन डिप्लोमेट्स पे, जिसमें कनाडा का इंटेलिजेंस जो यहाँ पे जो प्रमुख है
दिल्ली के हाई कमीशन में, उनको ओलिवियर सिल्वेस्टर, उनको निष्कासित किया गया, उन पे कार्रवाई की गई है, उनको अगले 5 दिन में देश छोड़ने के लिए कहा गया है। लेकिन ये बात यहीं तक खत्म नहीं होगी। आज इंडियन विदेश मंत्रालय ने आज कनाडा के हाई कमिश्नर को तलब भी किया था और बड़े शब्दों में उनसे कहा गया है कि इस तरह की जो हरकतें हैं बर्दाश्त नहीं की जाएंगी और कहीं ना कहीं शायद दी जा रही है कनाडा में ऐसे एलिमेंट्स को, ऐसे लोगों को जो लगातार भारत विरोधी बात करते हैं। शैलेंद्र, यह भी समझा जाए कि भारत और कनाडा के रिश्ते अब तक के सबसे ज्यादा तनाव वाले दौर में से अब गुजरते हुए नजर आ रहे हैं कि ये वो दौर है जो इससे पहले कभी नहीं देखा गया भारत और कनाडा के रिश्तों के बीच। देखिए, खालिस्तान के मुद्दे को लेकर जाहिर तौर पर कनाडा और भारत के जो रिश्तों में खटास लगातार बढ़ती जा रही है, क्योंकि हमने लगातार देखा है कि कनाडा में फ्रीडम ऑफ स्पीच के नाम पर रेफरेंडम होने दिया जाता है। और हमने ये भी देखा था कि जब जस्टिन ट्रूडो भारत में स्ट्रैंडेड थे, उनके विमान में तकनीकी खराबी आ गई थी, उस वक्त भी कनाडा में एक रेफरेंडम, कथित रेफरेंडम की बात की गई। एक गुरुद्वारे में वहां पे एक ऐसा इवेंट कराया गया। तो इस तरह की मंजूरी देना, ऐसे इवेंट को मंजूरी देना